ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਨਕ ਜਿਹਾ ਤੂੰ ਕਰਾਏ, ਤਿਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾਹ ਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋਂ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦਾ ਜੋ ਪਾਵਨ ਦਿਹਾੜਾ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਵਿੱਚ ਵੀ ਹਾਜ਼ਰੀ ਲਵਾਵਾਂਗੇ। ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਗੁਜਰੀ ਰਾਗ ਦੀ ਜੋ ਦੂਸਰੀ ਵਾਰ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹਦੇ ਵਿੱਚ ਸਾਰੇ ਸ਼ਲੋਕ ਅਤੇ ਪੌੜੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਮੇਂ ਜੋ ਬਖਸ਼ਿਸ਼ ਕਰ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 521 ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰਦੇ ਹਨ। ਜਿਵੇਂ ਸੰਸਾਰ ਦੇ ਵਿੱਚ ਕੋਈ ਵੀ ਮਨੁੱਖ ਕਿਸੇ ਵੀ ਫੀਲਡ ਦੇ ਵਿੱਚ ਆਪਣੇ ਉਸਤਾਦ ਦੇ ਕੋਲ ਜਾ ਕੇ ਸਿੱਖਣਾ ਕਰਦਾ ਹੈ, ਤਾਂ ਇੱਕ ਦਿਨ ਉਸ ਨੂੰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਕੋਈ ਵੀ ਕਲਾ ਹੈ, ਕੋਈ ਵੀ ਗੁਣ ਹੈ, ਜੋ ਕੁਝ ਵੀ ਸੰਸਾਰ ਦੇ ਵਿੱਚ ਐਸਾ ਕੋਈ ਨਹੀਂ ਜਿਸ ਨੂੰ ਮਨੁੱਖ ਨਾ ਕਰ ਸਕੇ। ਐਸਾ ਕੋਈ ਕਾਰਜ ਨਹੀਂ, ਐਸੀ ਕੋਈ ਕਲਾ ਨਹੀਂ ਜਿਸ ਨੂੰ ਮਨੁੱਖ ਨਾ ਸਿੱਖ ਸਕੇ, ਪਰ ਉਹਦੇ ਵਾਸਤੇ ਉਸਤਾਦ ਦੀ ਲੋੜ ਹੈ। ਆਪਾਂ ਵੇਖਦੇ ਹਾਂ, ਮਨੁੱਖ ਉਸਤਾਦ ਧਾਰਨ ਕਰਕੇ, ਗੁਰੂ ਧਾਰਨ ਕਰਕੇ ਸਮੁੰਦਰ ਦੀ ਖੋਜ ਵੀ ਕੀਤੀ, ਸਮੁੰਦਰ ਦੇ ਵਿੱਚ ਵੀ ਚਲਾ ਗਿਆ ਹੈ। ਜਿਸ ਸਮੁੰਦਰ ਨੂੰ ਵੇਖਣ ਤੋਂ ਡਰ ਲੱਗਦਾ ਹੈ, ਉਹਦਾ ਪਾਣੀ ਇੰਨਾ ਗਹਿਰਾ, ਇੰਨਾ ਵਿਸ਼ਾਲ ਉਹਦਾ ਦਾਇਰਾ, ਜਿਹਦੇ ਵਿੱਚ ਵੱਡੇ ਵੱਡੇ ਜਹਾਜ਼ ਡੁੱਬ ਜਾਂਦੇ ਨੇ, ਉਸ ਸਮੁੰਦਰ ਦੀ ਗਹਿਰਾਈ ਵਿੱਚ ਵੀ ਮਨੁੱਖ ਚਲਾ ਗਿਆ। ਪਰ ਕਿਵੇਂ? ਉਹ ਕਲਾ ਸਿੱਖੀ ਹੈ ਆਪਣੇ ਕਿਸੇ ਗੁਰੂ ਕੋਲੋਂ, ਉਸਤਾਦ ਦੇ ਕੋਲੋਂ। ਫਿਰ ਵੇਖੋ, ਮਨੁੱਖ ਅਸਮਾਨ ਦੇ ਵਿੱਚ ਉੱਡਿਆ ਫਿਰਦਾ ਹੈ, ਇਹ ਵੀ ਕਲਾ ਹੈ। ਭਾਵ ਕਿ ਮਨੁੱਖ ਜੋ ਚਾਹੇ ਕਰ ਸਕਦਾ ਹੈ, ਉਹਦੀ ਮਰਿਆਦਾ ਹੈ, ਉਹਦੀ ਵਿਧੀ ਹੈ, ਉਹਦੀ ਜੁਗਤੀ ਹੈ। ਅੱਜ ਮਨੁੱਖ ਨੇ ਵੇਖੋ ਖੋਜ ਕਰ ਕਰਕੇ ਕਿੰਨਾ ਕੁਝ ਪ੍ਰਾਪਤ ਕਰ ਲਿਆ ਹੈ।
ਔਰ ਹੋਰ ਵੀ ਖੋਜ ਚੱਲ ਰਹੀ ਹੈ ਸੰਸਾਰ ਦੇ ਵਿੱਚ। 84 ਲੱਖ ਦੁਨੀਆਂ ਵਿੱਚੋਂ ਮਨੁੱਖ ਐਸੀ ਇੱਕ ਹਸਤੀ ਬਣਾਤੀ ਪਰਮਾਤਮਾ ਨੇ, ਜਿਸ ਨੂੰ ਆਪਾਂ ਇਹ ਕਹਿ ਲਈਏ ਵੀ ਪਰਮਾਤਮਾ ਨੇ ਆਪਣੇ ਵਰਗਾ ਹੀ ਬਣਾਤਾ, ਵੀ ਤੂੰ ਜੋ ਚਾਹਵੇਂ ਕਰ ਸਕਦਾ, ਪਰ ਉਹਦੀ ਮਰਿਆਦਾ ਹੈ, ਉਹਦੀ ਵਿਧੀ ਹੈ, ਉਹਦੀ ਜੁਗਤੀ ਹੈ। ਇਸੇ ਤਰ੍ਹਾਂ ਰੱਬ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਿਲਣਾ ਹੈ, ਤੇ ਉਹਦੀ ਵੀ ਮਰਿਆਦਾ ਹੈ। ਰੱਬ ਵੀ ਮਿਲ ਜਾਵੇਗਾ। ਕੋਈ ਐਸਾ ਕਾਰਜ ਔਖਾ ਨਹੀਂ ਹੈ, ਪਰ ਉਹਦੀ ਮਰਿਆਦਾ ਹੈ। ਗੁਰੂ ਦੀ ਮੱਤ ਲੈ ਕੇ ਜਦੋਂ ਆਪਾਂ ਖੋਜ ਕਰਾਂਗੇ, ਕੁਝ ਵੀ ਖੋਜ ਲਵੋ, ਕੋਈ ਔਖਾ ਨਹੀਂ ਹੈ। ਉਹਦੇ ਵਾਸਤੇ ਮਰਿਆਦਾ ਚਾਹੀਦੀ ਹੈ, ਉਹਦੇ ਵਾਸਤੇ ਉਸਤਾਦ ਦੀ, ਗੁਰੂ ਦੀ ਮੱਤ ਚਾਹੀਦੀ ਹੈ। ਇੱਕ ਦੁਨਿਆਵੀ ਉਸਤਾਦ, ਉਹਨੂੰ ਵੀ ਆਪਾਂ ਗੁਰੂ ਕਹਿ ਦਿੰਦੇ ਹਾਂ, ਜਿਹੜਾ ਸਾਨੂੰ ਕੋਈ ਗਿਆਨ ਕਰਾਉਂਦਾ ਹੈ। ਉਹਦੇ ਕੋਲੋਂ ਬੈਠ ਕੇ ਮਨੁੱਖ ਸਿੱਖ ਕੇ ਵੇਖੋ ਕਿੰਨਾ ਕੁਝ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਸੱਚੇ ਗੁਰੂ ਕੋਲ ਬੈਠਾਂਗੇ ਤੇ ਸੱਚੇ ਗੁਰੂ ਦੇ ਹੁਕਮ ਨੂੰ ਮੰਨਾਂਗੇ, ਪਰ ਬਹੁਤ ਘੱਟ ਨੇ ਜਿਹੜੇ ਉਸ ਚੀਜ਼ ਨੂੰ ਮੰਨਦੇ ਨੇ। ਬਹੁਤਾਤ ਗਿਣਤੀ ਤੇ ਆਪਾਂ ਆਏ, ਮੱਥਾ ਟੇਕਿਆ, ਬਾਣੀ ਮਾੜੀ ਮੋਟੀ ਪੜ੍ਹੀ ਸੁਣੀ ਤੇ ਚਲੇ ਗਏ, ਪਰ ਇਹ ਨਹੀਂ ਸੋਚਿਆ ਵੀ ਇਹ ਅਸੀਂ ਕੰਮ ਕਰ ਕਿਉਂ ਰਹੇ ਹਾਂ, ਇਹ ਕਾਰਜ ਕਰ ਕਿਉਂ ਰਹੇ ਹਾਂ, ਮੈਂ ਗੁਰਦੁਆਰੇ ਆ ਕਿਉਂ ਰਿਹਾ ਹਾਂ, ਇਹਦਾ ਲਕਸ਼ ਕੀ ਹੈ। ਉਹ ਲਕਸ਼ ਸਾਹਮਣੇ ਨਹੀਂ ਹੈ। ਤੋ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਹੜੇ ਗੁਰਮੁਖ ਨਾਮ ਦੇ ਅਭਿਆਸੀ, ਜਿਨ੍ਹਾਂ ਨੇ ਆਖਿਆ ਨਹੀਂ ਰੱਬ ਨੂੰ ਮਿਲਣਾ ਹੈ, ਉਹ ਫਿਰ ਖੋਜ ਕਰਦੇ ਨੇ, ਉਹਨਾਂ ਨੂੰ ਰੱਬ ਮਿਲ ਗਿਆ। ਜਿਨ੍ਹਾਂ ਨੂੰ ਰੱਬ ਮਿਲਿਆ ਹੈ, ਮਹਾਰਾਜ ਉਹ ਬਿਆਨ ਕਰ ਰਹੇ ਨੇ ਅਵਸਥਾ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ ਇੱਕ ਦਫਾ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਲੱਦਮ ਲੱਭਣ ਹਾਰ, ਕਰਮ ਕਰਨ ਦੋ ਮਾਪਿਰੀ। ਲੱਦਮ ਲੱਭਣ ਹਾਰ, ਲੱਦਮ ਭਾਵ ਲੱਭ ਲਿਆ ਹੈ। ਕਿਸ ਨੂੰ? ਲੱਭਣ ਵਾਲੇ ਵਾਹਿਗੁਰੂ ਨੂੰ। ਜਿਸ ਨੂੰ ਲੱਭਣਾ ਸੀ ਉਹਨੂੰ ਲੱਭ ਲਿਆ ਹੈ। ਬੱਚਾ ਸਕੂਲ ਵਿੱਚ ਗਿਆ ਪੜ੍ਹਾਈ ਵਾਸਤੇ, ਪੜ੍ਹਾਈ ਕਰ ਲਈ, 10 12 15 20 ਸਾਲ ਲੱਗੇ, ਉਹਨੇ ਆਪਣੀ ਪੜ੍ਹਾਈ ਕਰ ਲਈ। ਹੁਣ ਉਸ ਪੜ੍ਹਾਈ ਦੁਆਰਾ ਜੀਵਨ ਨੂੰ ਜੀਵਣਾ ਹੈ। ਕਿਸੇ ਮੁਰਾਤਬੇ ਦੇ ਪਹੁੰਚ ਗਿਆ, ਕੋਈ ਨੌਕਰੀ ਮਿਲ ਗਈ, ਕੋਈ ਰੁਤਬਾ ਮਿਲ ਗਿਆ, ਪੜ੍ਹਾਈ ਕਰ ਕਰਕੇ ਹੁਣ ਉਹਨੇ ਜੀਵਨ ਨੂੰ ਜੀਵਣਾ ਹੈ। ਉਹਨੂੰ ਪੁੱਛਦੇ ਨੇ ਲੋਕ, ਉਹ ਕਹਿੰਦਾ ਹਾਂ ਮੈਂ ਪੜ੍ਹਾਈ ਕੀਤੀ, ਇੰਨੀ ਪੜ੍ਹਾਈ ਕਰਕੇ ਹੁਣ ਮੈਂ ਆਪਣਾ ਜੀਵਨ ਨੂੰ ਜੀ ਰਿਹਾ। ਇਸੇ ਤਰ੍ਹਾਂ ਬੰਦਗੀ ਕਰਨੀ ਹੈ। ਬੰਦਗੀ ਕਰ ਕਰਕੇ ਰੱਬ ਨੂੰ ਮਿਲ ਪਏ ਤੇ ਫਿਰ ਉਸ ਜੀਵਨ ਨੂੰ ਆਨੰਦ ਨਾਲ ਜੀਵਣਾ ਹੈ। ਉਹ ਆਤਮਿਕ ਜੀਵਨ ਮਿਲ ਗਿਆ, ਜਿਸ ਬਾਰੇ ਬਾਣੀ ਕਹਿੰਦੀ ਹੈ, ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਮਹਾਰਾਜ ਕਹਿੰਦੇ ਇਹ ਜਿਹੜਾ ਮੈਨੂੰ ਰੱਬ ਮਿਲਿਆ ਹੈ, ਮੇਰੇ ਉਸ ਮਾਲਕ ਨੇ ਮੇਰੇ 'ਤੇ ਕਿਰਪਾ ਕੀਤੀ ਹੈ। ਵੇਖੋ ਪਰਮਾਤਮਾ ਸਾਰਿਆਂ 'ਤੇ ਕਿਰਪਾ ਕਰਨ ਨੂੰ ਤਿਆਰ ਹੈ, ਪਰ ਉਸ ਤਰ੍ਹਾਂ ਦਾ ਸਾਨੂੰ ਬਣਨਾ ਪਵੇਗਾ। ਜਿਵੇਂ ਸੰਸਾਰ ਤੁਹਾਡੀ ਕਦਰ ਕਰਨ ਨੂੰ ਤਿਆਰ ਹੈ, ਪਰ ਤੁਹਾਨੂੰ ਆਪਣੀ ਕਦਰ ਕਰਾਉਣ ਦੇ ਯੋਗ ਬਣਾਉਣਾ ਪਵੇਗਾ। ਕੋਈ ਕਲਾ ਸਿੱਖੋ, ਕੋਈ ਗੁਣ ਸਿੱਖ ਲਓ, ਦੁਨੀਆ ਤੁਹਾਡੀ ਕਦਰ ਕਰਨ ਲੱਗ ਜਾਏਗੀ। ਮਾੜੇ ਕੰਮ ਕਰੋਗੇ, ਦੁਨੀਆ ਸੰਸਾਰ ਤੁਹਾਨੂੰ ਦੁਰਕਾਰਨ ਲੱਗ ਜਾਵੇਗਾ। ਚੰਗੇ ਕੰਮ ਕਰੋਗੇ, ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਹੈ ਸੰਸਾਰ ਤੁਹਾਡੀ ਉਸਤਤ ਕਰੇਗਾ। ਚੰਗੇ ਕੰਮ ਕਰੋ, ਸੱਚ ਦੇ ਮਾਰਗ 'ਤੇ ਚੱਲੋ। ਸੰਸਾਰ ਵਿੱਚ ਸਾਰੇ ਲੋਕ ਆ ਜਾਂਦੇ ਨੇ ਤੇ ਫਿਰ ਉਦੋਂ ਸਵਾਦ ਜ਼ਿਆਦਾ ਆਉਂਦਾ ਜਦੋਂ ਤੁਹਾਡਾ ਨਗਰ ਦੇ ਛੱਡ ਕੇ ਹੋਰ ਨਗਰ ਦੇ ਬੰਦੇ ਤੁਹਾਡੀ ਉਸਤਤ ਕਰਨ। ਵਾਹ ਵੀ ਇਹ ਤਾਂ ਵਾਕਈ ਬੰਦਾ ਕਮਾਲ ਹੈ।
ਅੱਜ ਵੇਖੋ ਇੰਨਾ ਵੱਡਾ ਸ਼ਹਾਦਤ ਦਾ ਦਿਹਾੜਾ ਹੈ। ਤੁਸੀਂ ਚਮਕੌਰ ਸਾਹਿਬ ਵਿੱਚ ਗਏ ਹੋਵੋਗੇ ਮੱਥਾ ਟੇਕਣ ਜਾਂ ਜਾਣਾ ਹੈ ਜੇ, ਅਤੇ ਉੱਥੇ ਜਿਹੜਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੈ ਉਹਦੇ ਬਾਹਰ ਪੰਗਤੀਆਂ ਲਿਖੀਆਂ ਹੋਈਆਂ ਨੇ, ਅਤੇ ਪੰਗਤੀਆਂ ਲਿਖਣ ਵਾਲਾ ਕੋਈ ਸਿੱਖ ਨਹੀਂ ਹੈ। ਉਹ ਜਿਹੜਾ ਉੱਥੇ ਪੰਗਤੀਆਂ ਲਿਖੀਆਂ ਨੇ ਉਹ ਕਿਸੇ ਸਿੱਖ ਰਾਈਟਰ ਦੀਆਂ, ਸਿੱਖ ਕਵੀ ਵਿਦਵਾਨ ਦੀਆਂ ਨਹੀਂ ਹਨ। ਉਹ ਹਨ ਜੋਗੀ ਅੱਲਾ ਹਕੀਮ ਖਾਨ, ਜਿਹੜਾ ਹੈ ਲਾਹੌਰ ਦਾ ਰਹਿਣ ਵਾਲਾ ਸੀ ਇਹ, ਔਰ ਇੱਕ ਮੁਸਲਮਾਨ ਬਹੁਤ ਵਿਦਵਾਨ ਕਵੀ ਹੈ। ਜਦੋਂ ਇਹਨੇ ਸਾਹਿਬਜ਼ਾਦਿਆਂ ਦੀ ਦਾਸਤਾਨ ਲਿਖੀ ਨਾ, ਦੋ ਹਿੱਸਿਆਂ ਦੇ ਵਿੱਚ, ਇੱਕ ਗੰਜ ਸ਼ਹੀਦਾਂ, ਇੱਕ ਸ਼ਹੀਦਾਨ ਵਫਾ, ਇੱਕ ਛੋਟੇ ਸਾਹਿਬਜ਼ਾਦਿਆਂ ਦੀ, ਇੱਕ ਵੱਡੇ ਸਾਹਿਬਜ਼ਾਦਿਆਂ ਦੀ, ਕਵਿਤਾ ਦੇ ਰੂਪ ਵਿੱਚ ਸਾਰੀ ਲਿਖੀ ਹੈ। ਅਤੇ ਉੱਥੇ ਜਿਹੜੀਆਂ ਪੰਗਤੀਆਂ ਲਿਖੀਆਂ ਨੇ ਚਮਕੌਰ ਸਾਹਿਬ, ਉਹ ਇਹ ਲਿਖੀਆਂ ਨੇ, हिंद में एक तीर्थ है बस यात्रा के लिए जहाँ बाप ने कटाए पेटे खुदा के लिए। ਸਾਹਿਬਜ਼ਾਦਿਆਂ ਦੀ ਉਸਤਤ ਉਹ ਲਿਖ ਰਿਹਾ, ਇੱਕ ਮੁਸਲਮਾਨ ਵਿਦਵਾਨ ਬਹੁਤ ਕਵੀ, ਬੜਾ ਆਲਮ ਫਾਜ਼ਲ ਬੰਦਾ ਸੀ ਇਹ। ਸਾਹਿਬਜ਼ਾਦਿਆਂ ਦੀ ਮਹਿਮਾ ਲਿਖਣ ਕਰਕੇ ਇਹਨੂੰ ਫਤਵਾ ਲਾਤਾ ਸੀ, ਇਸਲਾਮ ਮਤ ਵਿੱਚੋਂ ਬਾਹਰ ਕੱਢਤਾ, ਇਹਦਾ ਬਾਈਕਾਟ ਕਰਦਾ ਸੀ। ਤੂੰ ਮਸੀਤ ਵਿੱਚ ਨਹੀਂ ਆ ਸਕਦਾ, ਤੂੰ ਆਪਣੇ ਧਰਮ ਦੇ ਜਿਹੜੇ ਕੋਈ ਸ਼ਹੀਦ ਹੋਏ ਨੇ ਉਹਨਾਂ ਦੀ ਉਪਮਾ ਨਹੀਂ ਲਿਖੀ, ਤੂੰ ਗੈਰ ਇਸ ਮਤ ਦੀ ਉਪਮਾ ਕਰ ਰਿਹਾ ਹੈ। ਮਾਫੀ ਮੰਗ ਕਿ ਮੇਰੇ ਤੋਂ ਗਲਤ ਲਿਖਿਆ ਗਿਆ ਹੈ, ਨਹੀਂ ਤੇ ਤੇਰਾ ਜਦੋਂ ਇੰਤਕਾਲ ਹੋਵੇਗਾ, ਮਰੇਗਾ, ਕੋਈ ਤੇਰੇ ਜਨਾਜ਼ੇ ਨਾਲ ਨਹੀਂ ਜਾਵੇਗਾ, ਕੋਈ ਜਿਹੜੀ ਮੌਤ ਦੇ ਸਮੇਂ ਆਖਰੀ ਸਮੇਂ ਨਮਾਜ਼ ਪੜ੍ਹੀ ਜਾਂਦੀ ਹੈ ਉਹ ਨਹੀਂ ਪੜ੍ਹੀ ਜਾਵੇਗੀ, ਤੂੰ ਨਰਕਾਂ ਵਿੱਚ ਡਿੱਗੇਗਾ ਜਾ ਕੇ। ਤਾਂ ਇਸ ਨੇ ਕਿਹਾ ਸੀ, ਬਿਲਕੁਲ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਦੇਵੋ, ਮੈਂ ਜੋ ਸੱਚ ਹੈ ਉਸ ਨੂੰ ਲਿਖਣ ਤੋਂ ਗੁਰੇਜ਼ ਨਹੀਂ ਕਰਾਂਗਾ। ਕਿਉਂਕਿ ਅੱਲਾ ਯਾਰ ਖਾਨ ਲਿਖਦਾ ਹੈ, ਕਹਿੰਦੇ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਨਾ, ਸੰਸਾਰ ਵਿੱਚ ਬੜੇ ਅਵਤਾਰ ਪੀਰ ਪੈਗੰਬਰ ਆਏ, ਐਸਾ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰੇਗਾ। ਤੇ ਉਹ ਲਿਖਦਾ ਹੈ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ की वो तारीफ कम है, हर चंद मेरे हाथ में पुरजोर कलम है, सदगुरु के लिखूं वसब कहाँ ताबे रकम है, एक आँख से क्या बुलबुला कुल बैर को देखे, साहिल को मंझधार को ਜਾਂ लहर को देखे। ਕਹਿੰਦਾ ਮੈਂ ਕਸਮ ਖਾ ਕੇ ਕਹਿੰਦਾ, ਮੁਸਲਮਾਨ ਕਦੇ ਕਸਮ ਨਹੀਂ ਖਾਂਦੇ, ਉਹਨਾਂ ਦੇ ਮਤ ਵਿੱਚ ਉਹਨਾਂ ਨੂੰ ਮਰਿਆਦਾ ਦਿੱਤੀ ਗਈ ਹੈ, ਪਰ ਉਹ ਕਹਿੰਦਾ ਮੈਂ ਖਾਣ ਨੂੰ ਕਸਮ ਤਿਆਰ ਹਾਂ। ਕਰਤਾਰ ਕੀ ਕਸਮ ਹੈ, ਨਾਨਕ ਕੀ ਸੌਗੰਧ ਹੈ, ਜਿਤਨੀ ਵੀ ਹੋ ਗੋਬਿੰਦ ਕੀ ਉਹ ਤਾਰੀਫ ਕਮ ਹੈ। ਜੀ ਦੀ ਤਾਰੀਫ ਕੀਤੀ ਜਾਵੇ ਉਹ ਘੱਟ ਹੀ ਹੈ, ਭਾਵੇਂ ਸਾਰੀ ਦੁਨੀਆ ਦੇ ਰਾਈਟਰ ਲਿਖਣ ਲੱਗ ਜਾਣ। ਉਹ ਕਹਿੰਦਾ ਭਾਵੇਂ ਮੇਰੇ ਹੱਥ ਵਿੱਚ ਕਲਮ ਹੈ, ਮੈਨੂੰ ਬੜਾ ਗਿਆਨ ਹੈ, ਪਰ ਮੈਂ ਸਤਿਗੁਰੂ ਦੇ ਵਸਬ, ਸਤਿਗੁਰੂ ਦੀ ਮਹਿਮਾ ਨਹੀਂ ਲਿਖ ਸਕਦਾ। ਠੀਕ ਹੈ, ਦੁਨੀਆ ਮੈਨੂੰ ਵਿਦਵਾਨ ਕਹਿੰਦੀ, ਕਵੀ ਕਹਿੰਦੀ ਹੈ, ਪਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਹੁੰਦਾ ਨਾ, ਤੇ ਮੈਂ ਕੁਝ ਵੀ ਲਿਖਣ ਨੂੰ ਮੇਰੀ ਸਮਰੱਥਾ ਨਹੀਂ ਹੈ। ਤੇ ਉਹ ਆਪਣੀ ਅੱਗੇ ਦੱਸਦਾ ਹੈ। ਤੇ ਵੇਖੋ, ਮਨ ਜਿਹੜਾ ਸੰਸਾਰ ਦੇ ਵਿਸ਼ਿਆਂ ਤੋਂ ਉੱਪਰ ਉੱਠਦਾ ਹੈ, ਹੋਰ ਪਾਸੇ ਮਨ ਜਾਂਦਾ ਹੀ ਨਹੀਂ ਕਿਧਰ। ਜਾਪ ਸਾਹਿਬ ਦੀ ਬਾਣੀ ਜਦੋਂ ਆਪਾਂ ਪੜ੍ਹੀਏ, ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਫਿਰ ਉਹਨਾਂ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਹੈ, ਉਹ ਕਿੰਨਾ ਕੁਝ ਕਰਨ ਦੇ ਸਮਰੱਥ, ਕਿੰਨੀ ਉਹਨਾਂ ਦੀ ਸ਼ਕਤੀ ਹੈ। एक आँख से बुलबुला क्या कुल बहर को देखे, साहिल को मंझधार को ਜਾਂ ਲਹਿਰ को देखे। ਸਾਹਿਲ ਕਹਿੰਦੇ ਨੇ ਕਿਨਾਰੇ ਨੂੰ, ਮੰਝਧਾਰ ਉਹਦੀ ਵਿਚਾਲਾ ਗਹਿਰਾਈ,
ਔਰ ਲਹਿਰਾਂ ਕਿੰਨੀਆਂ ਹੋ ਰਹੀਆਂ ਨੇ, ਸਮੁੰਦਰ ਦੀ ਤਰ੍ਹਾਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹਨਾਂ ਨੂੰ ਤੋਲਿਆ ਮਿਣਿਆ ਨਾਪਿਆ ਨਹੀਂ ਜਾ ਸਕਦਾ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਉਹ ਕਹਿੰਦਾ ਹਿੰਦ में एक तीर्थ है यात्रा के लिए, बाप ने कटाए बेटे खुदा के लिए। खुदा भाव सच धर्म। ਕਹਿੰਦੇ ਯਾਤਰਾ ਕਰਨੀ ਹੈ ਤੇ ਉੱਥੇ ਜਾ ਕੇ ਕਰੋ। ਬਸ ਹਿੰਦੁਸਤਾਨ ਦੇ ਵਿੱਚ ਇੱਕ ਵੱਡਾ ਤੀਰਥ ਯਾਤਰਾ ਕਰਨ ਦੇ ਯੋਗ ਜਿਹੜਾ ਹੈ, ਉੱਥੇ ਜਾਓ ਜ਼ਰੂਰ, ਚਮਕੌਰ ਦੀ ਗੜੀ ਦੇ ਵਿੱਚ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਹ ਤਾਂ ਕਿਰਪਾ ਕਰੇਗਾ। ਜਿਵੇਂ ਅੱਲਾ ਯਾਰ ਖਾਂ ਜੋਗੀ ਵੇਖੋ, ਗੈਰ ਇਸਲਾਮ ਮਾਦਾ ਮਕਾਲਫ ਵਰਗੇ ਈਸਾਈ ਮਤ ਨੂੰ ਮੰਨਣ ਵਾਲੇ, ਇਹਨਾਂ ਰਾਈਟਰਾਂ ਨੂੰ ਪੜ੍ਹੋ ਕਦੇ, ਪਤਾ ਲੱਗਦਾ ਹੈ ਮਹਾਰਾਜ ਜੀ ਦੀ ਮਹਿਮਾ ਬੇਅੰਤ ਹੈ, ਬੇਅੰਤ ਹੈ। ਪਰ ਸਾਨੂੰ ਉਹ ਪ੍ਰਾਪਤ ਹੋਵੇਗਾ ਵਾਹਿਗੁਰੂ ਜਦੋਂ ਆਪਾਂ, ਉਹ ਤਾਂ ਮਿਲਣ ਨੂੰ ਤਿਆਰ ਹੈ। ਬਾਬਾ ਫਰੀਦ ਜੀ ਉਹਨਾਂ ਦੀ ਬਾਣੀ ਵਿੱਚ ਬਚਨ ਆਉਂਦੇ ਨੇ, ਸਵਾਲ ਜਵਾਬ ਨੇ ਖੁਦਾ ਦੇ ਨਾਲ, ਪਰਮਾਤਮਾ ਦੇ ਨਾਲ, ਕਿ ਪਰਮਾਤਮਾ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮਨੁੱਖ ਕਹਿੰਦਾ, ਬੰਦਾ ਕਹਿੰਦਾ ਹੈ ਰੱਬ ਨੂੰ, ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ, ਕੀ ਕਰਾਂ, ਕਿਹੜੀ ਵਿਧੀ ਕਰਾਂ, ਕਿ ਪੁੱਠਾ ਲਟਕ ਜਾਵਾਂ, ਤੂੰ ਨਿੱਤ ਪਾ ਕੇ ਬਹਿ ਜਾਵਾਂ, ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਚਲਾ ਜਾਵਾਂ, ਪਹਾੜਾਂ ਵਿੱਚ ਚਲਾ ਜਾਵਾਂ, ਦੱਸੋ ਕੀ ਕਰਾਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੇ ਪਰਮਾਤਮਾ ਅੱਗੋਂ ਦੇਖੋ ਬੰਦੇ ਨੂੰ ਕਹਿੰਦਾ ਹੈ, ਉਹ ਭਾਵੇਂ ਕਿਸੇ ਵੀ ਧਰਮ ਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ, ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕਿਸੇ ਵੀ ਧਰਮ ਦਾ ਹੈ। ਤਾਂ ਉਹ ਬਚਨ ਆਉਂਦੇ ਨੇ, ਫਰੀਦਾ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰੇ। ਸਭ ਲੈ ਜਾਂਦੇ ਨੇ ਜੋ ਸਮਾਨ ਹੈ ਜਿਹੜਾ ਬਣਾਉਣ ਤੇ ਨਾ ਹੈ, ਉਹਦੇ ਵਾਸਤੇ ਸਮਾਂ ਲੱਗਦਾ ਹੈ। ਮਾੜੇ ਕੰਮ ਕਰਨੇ ਨੇ, ਇਹਦੇ ਵਾਸਤੇ ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਬੰਦਾ ਜਿਹੜੇ ਪਾਸੇ ਮਰਜ਼ੀ ਤੁਰ ਪਏ ਮਾੜੇ ਪਾਸੇ, ਪਰ ਉਚਾਈ 'ਤੇ ਜਾਣਾ ਤੇ ਬੜੀ ਮਿਹਨਤ ਦੀ ਲੋੜ ਹੈ। ਰੱਬ ਨੂੰ ਮਿਲਣਾ ਹੈ ਤਾਂ ਉਸ ਤਰ੍ਹਾਂ ਦੇ ਗੁਣ ਗੁਰੂ ਕੋਲ ਆਉਣਾ ਪਵੇਗਾ, ਸਿੱਖਣੇ ਪੈਣਗੇ। ਮਹਾਰਾਜ ਕਹਿੰਦੇ ਵਾਹਿਗੁਰੂ ਨੇ ਕਿਨ ਸਬਲ ਹੋ ਗਈ, ਮੈਨੂੰ ਲੱਭ ਗਿਆ। ਵੇਖੋ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਵੇਖਦੇ ਹਾਂ ਨਾ, ਸਾਡੀ ਜਿਸ ਤਰ੍ਹਾਂ ਦੀ ਅੰਦਰ ਦੀ ਅਵਸਥਾ ਹੁੰਦੀ ਹੈ, ਉਸੇ ਤਰ੍ਹਾਂ ਆਪਾਂ ਵੇਖਦੇ ਹਾਂ। ਸੰਸਾਰ ਦੀ ਸਤਿਪੁਰਸ਼ਾਂ ਦਾ ਕਹਿਣਾ ਹੈ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਸ ਤਰ੍ਹਾਂ ਦੀ ਤੁਹਾਡੀ ਅੰਦਰ ਦੀ ਆ ਦੇਖਣ ਵਾਲੀ ਦ੍ਰਿਸ਼ਟੀ ਹੈ ਨਾ, ਉਸ ਤਰ੍ਹਾਂ ਤੁਹਾਨੂੰ ਸ੍ਰਿਸ਼ਟੀ ਉਸੇ ਤਰ੍ਹਾਂ ਦੀ ਹੋਰ ਕੋਈ ਦਿਖਾਈ ਦਿੰਦਾ ਹੀ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਰੇ ਪਾਸੇ ਇੱਕ ਪਰਮਾਤਮਾ ਹੀ ਹੈ, ਹੋਰ ਕੋਈ ਹੈ ਨਹੀਂ। ਐਸੀ ਦ੍ਰਿਸ਼ਟੀ ਬਣ ਗਈ, ਅੰਦਰ ਦੀ ਐਸੀ ਅਵਸਥਾ ਬਣ ਗਈ। ਜਿਸ ਤਰ੍ਹਾਂ ਦਾ ਸਾਡਾ ਅੰਦਰ ਹੈ, ਉਸ ਤਰ੍ਹਾਂ ਸਾਡੀਆਂ ਅੱਖਾਂ ਵੇਖਦੀਆਂ ਨੇ। ਜਿਵੇਂ ਇੱਕ ਬਹੁਤ ਵਧੀਆ ਕੋਈ ਦਰਖਤ ਹੈ, ਇੱਕ ਲੱਕੜਾਂ ਨੂੰ ਵੱਢਣ ਵਾਲਾ, ਉਹਦੀ ਦ੍ਰਿਸ਼ਟੀ ਇਹ ਹੈ, ਉਹਦੇ ਅੰਦਰ ਦੀ ਇਹ ਗੱਲ ਹੈ, ਉਹ ਵੇਖਦਾ ਲੱਕੜ ਬੜੀ ਵਧੀਆ, ਵੱਢ ਕੇ ਇਹਦਾ ਇਹ ਕੁਝ ਬਣ ਜਾਵੇਗਾ, ਫਰਨੀਚਰ ਬਣ ਜਾਵੇਗਾ, ਇਹ ਕੁਝ ਬਣ ਜਾਵੇਗਾ। ਪਰ ਇੱਕ ਫਲਾਂ ਨੂੰ ਵੇਚਣ ਵਾਲਾ, ਉਹ ਵੇਖਦਾ ਬੜੇ ਵਧੀਆ ਫਲ, ਇਤਕੀ ਬੜੇ ਫਲ ਲੱਗੇ ਨੇ, ਬੜਾ ਪੈਸਾ ਕਮਾਵਾਂਗੇ ਇਹਨਾਂ ਤੋਂ। ਪਰ ਇੱਕ ਕਵੀ ਉਸ ਦਰਖਤ ਨੂੰ ਵੇਖਦਾ ਹੈ ਤੇ ਉਹਦੇ 'ਤੇ ਕਵਿਤਾ ਲਿਖ ਦਿੰਦਾ ਹੈ ਬੜੀ ਸੋਹਣੀ, ਉਹਦੇ ਫੁੱਲਾਂ 'ਤੇ, ਉਹਦੇ ਫਲਾਂ 'ਤੇ ਕਵਿਤਾ ਲਿਖ ਦਿੰਦਾ ਹੈ। ਭਾਵ ਜਿਸ ਤਰ੍ਹਾਂ ਦਾ ਕੋਈ ਆਪ ਹੈ, ਉਸੇ ਤਰ੍ਹਾਂ ਦਾ ਉਸ ਚੀਜ਼ ਨੂੰ ਵੇਖਣ ਲੱਗ ਜਾਂਦਾ। ਹੁਣ ਚੀਜ਼ ਇੱਕੋ ਹੈ, ਵੇਖਣ ਵਾਲੇ ਤਿੰਨ ਤਰ੍ਹਾਂ ਦੇ ਨੇ, ਜ਼ਿਆਦੇ ਨੇ। ਸੰਸਾਰ ਤਾਂ ਇੱਕੋ ਹੀ ਹੈ, ਪਰ ਵੇਖਣ ਵਾਲੇ ਦੀ ਦ੍ਰਿਸ਼ਟੀ, ਕਿਉਂਕਿ ਜਿਸ ਤਰ੍ਹਾਂ ਦਾ ਆਪ ਹੈ ਉਸੇ ਤਰ੍ਹਾਂ ਦਾ ਉਹ ਸਾਰਾ ਕੁਝ ਨੂੰ ਵੇਖਣ ਲੱਗ ਜਾਂਦਾ। ਰੱਬ ਵਰਗਾ ਹੋ ਗਿਆ ਤੇ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਸੈਰ ਕਰਨ ਜਾ ਰਹੇ ਨੇ
टहलते हुए नाल सिख ने ते बड़े पंछी बोल रहे ने, बड़ियां सोहणियां आवाज़ां आ रही ने। तो महाराज मुस्करा पे, सिख पुछते ने महाराज मुस्कराए हो, कोई कारण है दसो, असी भी उस चीज़ का आनंद लईए। महाराज कहते वेखो परमात्मा किवें बोल रहा है सारे जीवां दे विच। महाराज कहते हर जन बोलत श्री राम नामा मिल साध संगत हर तोर। वो शब्द है महाराज जी का। उत्थे महाराज कहते जो बोलत है मृग मीन पंखेरू, सो बिन हर जापत है नहीं होर। महाराज कहते सारे रब रब बोल रहे ने जिन्ने भी जीव ने, पर आपां ते कहांगे नहीं ये तो पंछियां की आवाज़ है, ये तो पशुआं की जानवरां की आवाज़ है, ये किहड़ा वाहिगुरू वाहिगुरू कह रहे ने। आपां तो यही कहांगे ये किहड़ा राम राम कह रहे ने, ये किहड़ा खुदा खुदा जप रहे ने, अल्लाहू अल्लाह जप रहे ने। पर महाराज कहते वो बोल रहे ने, की बोल रहे ने, सारे परमात्मा का नाम बोल रहे हैं। जो बोलत है मृग मीन पंखेरू। ये तीन तरह की कैटागरी के जीव ने। जो बोलत है मृग मीन पंखेरू। मृग जिन्ने भी जानवर धरती ते रहन वाले सारे, मीन जिहड़े पानी विच रहन वाले ने, मच्छी मीन नूं कहंदे ने, वैसे उत्थे मीन दा भाव है जिन्ने भी पानी विच रहन वाले जीव ने। पंखेरू जिन्ने भी आसमान विच उड्डण वाले ने। क्योंकि महाराज आप वो परमेश्वर का रूप हाल तो पातशाह जी फरमान कर रहे ने कि वाहिगुरू का नाम सारे पासे वो सुनाई देन लग पैंदा है, दिखाई देन लग पैंदा है। महला पंजवा। पापड़िया पछाड़ बाण सचावा सन कै। महाराज कहते रब नूं मिलना है तो तेरे अंदर जिहड़े पाप ने इन्हां नूं पछाड़। पर किवें? नाम दा तीर मार के। पापड़िया पछाड़ बाण सचावा सन कै। सच्चे वाहिगुरू दे नाम नूं जप। इको गुर मंत्रड़ा चितार नानक दुख ना थीवई। गुरु दे मंत्र नूं जपिया कर, तेनू कोई दुख नहीं लगेगा। पातशाह फरमान कर रहे ने पौड़ी। वाहो वाहो सिरजनहार पाईन ठाड आप। उस वाहिगुरू दी सदा सिफत सलाह करया कर, वाहो वाहो करया कर, सिफत सलाह करया कर। जिने नाम जपिया है उहदे अंदर वाहिगुरू ठंड वरता दिंदा है। जी जंत मेहरबान तिसनों सदा जाप। ओ वाहिगुरू सारे जीव जंतुआं ते मेहरबान है, सारियां दी पालना करन वाला है। उहदे नाम नूं सदा जपना करो। दया धारी समरथ चुके बिल बिलाप। ਜਿਹੜਾ भी वाहिगुरू दे नाम नूं जपदा है, वाहिगुरू ਉਹਦੇ ते दया करदा है। ਉਹਦੇ ਸਾਰੇ बिल बिलाप तरले लैणे मिन्नतां करनियां कोई काम नहीं हुंदा। मनुख कदे किहदे तरले लैंदा, कदे किहदियां मिन्नतां करदा है, ਉਹ ਸਾਰੇ ਚੁੱਕੇ ਜਾਂਦੇ ਨੇ। ਭਾਵ ਨਾਮ ਜਪਣ ਵਾਲੇ ਕੋਲ ਦੁਨੀਆ ਆਪ ਆਉਂਦੀ ਵੀ ਮਹਾਰਾਜ ਦੱਸੋ ਤੁਹਾਡਾ ਕੰਮ ਕੀ ਹੈ, ਅਸੀਂ ਕਰ ਦਿੰਦੇ ਹਾਂ। ਵੱਡੇ ਵੱਡੇ ਅਫਸਰ ਲੋਕ ਆਉਂਦੇ ਨੇ ਵੀ ਦੱਸੋ ਜੀ ਅਸੀਂ ਕਰ ਦਿੰਦੇ ਹਾਂ। ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਨਹੀਂ ਤੇ ਬੰਦਾ ਕਦੇ ਕਿਸੇ ਦੀਆਂ ਮਿਹਨਤਾਂ ਕਰਦਾ, ਕਦੇ ਕਿਸੇ ਦੀਆਂ। ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ। ਪੂਰੇ ਗੁਰੂ ਦਾ ਪ੍ਰਤਾਪ ਹੈ, ਪੂਰੇ ਗੁਰੂ ਦੀ ਬਾਣੀ ਦਾ ਨਾਮ ਦਾ ਪ੍ਰਤਾਪ ਹੈ। ਜਿੱਥੇ ਵੀ ਜਾਪ ਹੋਣ ਲੱਗ ਜਾਵੇ ਉੱਥੋਂ ਦੁੱਖ ਰੋਗ ਤਾਪ ਨੱਸ ਜਾਂਦੇ ਨੇ। ਜਿੱਥੇ ਵੀ ਨਾਮ ਦਾ ਸਿਮਰਨ ਹੋਣ ਲੱਗ ਜਾਵੇ, ਗੁਰੂ ਦੀ ਬਾਣੀ ਦਾ ਕੀਤੀਅਨ ਆਪਣੀ ਰੱਖ ਗਰੀਬ ਨਿਵਾਜ ਥਾਪ। ਤੇ ਉਹ ਵਾਹਿਗੁਰੂ ਪਰਮਾਤਮਾ ਸੱਚੇ ਵਾਹਿਗੁਰੂ ਨਿਰੰਕਾਰ ਕਿਰਪਾ ਕਰਦੇ ਨੇ। ਜਿਹੜਾ ਉਹਦੇ ਦਰ 'ਤੇ ਆ ਪਵੇ ਉਹ ਗਰੀਬ ਨਵਾਜ ਹੈ, ਗਰੀਬਾਂ ਨੂੰ ਰੱਖ ਲੈਂਦਾ। ਜਿਹੜਾ ਨਿਮਰਤਾ ਧਾਰ ਕਰਕੇ ਆ ਜਾਵੇ, ਆਪੇ ਲੈਣ ਛਡਾਏ ਬੰਧਨ ਸਗਲ ਕਾਪ। ਆਪੇ ਹੀ ਛਡਾ ਲੈਂਦਾ ਸਾਰੇ ਔਗਣਾਂ ਤੋਂ, ਪਾਪਾਂ ਤੋਂ, ਜਮਾਂ ਤੋਂ।
ਸਭ ਤਰ੍ਹਾਂ ਦੇ ਬੰਧਨ ਕੱਟ ਦਿੰਦਾ ਹੈ। ਤ੍ਰਿਸ਼ਨ ਬੁਝੀ ਆਸ ਪੁਨੀ ਮਨ ਸੰਤੋਖ ਧਰਾਪ, ਤ੍ਰਿਸ਼ਨਾ ਬੁਝ ਜਾਂਦੀ ਹੈ। ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ, ਤ੍ਰਿਸ਼ਨਾ ਦੀ ਅੱਗ ਹਰ ਇੱਕ ਨੂੰ ਸਾੜਦੀ ਹੈ, ਇਹ ਖਤਮ ਹੋ ਜਾਂਦੀ ਹੈ। ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ, ਮਨ ਸੰਤੋਖਿਆ ਜਾਂਦਾ ਹੈ। ਵੱਡੀ ਹੂੰ ਵੱਡਾ ਅਪਾਰ ਖਸਮ, ਜਿਸ ਲੇਪ ਨਾ ਪੁੰਨ ਪਾਪ, ਉਹ ਵਾਹਿਗੁਰੂ ਆਪ ਵੱਡਾ, ਉਹਦੀ ਵਡਿਆਈ ਵੀ ਬੜੀ ਵੱਡੀ ਹੈ। ਮਹਾਰਾਜ ਕਹਿੰਦੇ ਉਸ ਮਾਲਕ ਨੂੰ ਨਾ ਪਾਪ ਨਾ ਪੁੰਨ, ਉਹ ਸਾਰੀਆਂ ਗੱਲਾਂ ਤੋਂ ਨਿਰਲੇਪ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ ਜੀਓ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਅੱਜ ਦਾ ਜੋ ਪਾਵਨ ਦਿਹਾੜਾ, ਉਹਨਾਂ ਮਹਾਨ ਸ਼ਹੀਦਾਂ ਨੂੰ ਵੇਖੋ, ਅੱਲਾ ਯਾਰ ਖਾਂ ਜੋਗੀ ਕਿਸ ਤਰ੍ਹਾਂ ਸ਼ਰਧਾ ਉਹਨਾਂ ਦੇ ਚਰਨਾਂ ਵਿੱਚ ਭੇਟਾ ਕਰ ਰਹੇ ਨੇ ਕਿ ਉਹਨੂੰ ਇਸਲਾਮ ਮਤ ਵੱਲੋਂ ਫਤਵਾ ਲਾ ਦਿੱਤਾ ਗਿਆ, ਪਰ ਉਹ ਆਦਾ ਨਹੀਂ। ਜੋ ਸੱਚਾਈ ਹੈ, ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਉਹ ਸੱਚ ਨੂੰ ਮੈਂ ਬਿਆਨ ਕਰਨ ਤੋਂ ਪਰਾਂ ਨਹੀਂ ਜਾਵਾਂਗਾ। ਤੁਸੀਂ ਜੋ ਮੈਨੂੰ ਮਰਜ਼ੀ ਫਤਵੇ ਲਾ ਦੇਵੋ। ਅੰਤ ਸਮਾਂ ਜਦੋਂ ਇਹਦਾ ਆਇਆ ਤੇ ਉਦੋਂ ਵੀ ਆਏ, ਕਹਿੰਦੇ ਹਜੇ ਵੀ ਕਹਿ ਵੀ ਮੇਰੇ ਤੋਂ ਭੁੱਲ ਹੋ ਗਈ, ਮੈਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ, ਉਹਨਾਂ ਦੇ ਸਿੰਘਾਂ ਦੀ ਵਡਿਆਈ ਲਿਖੀ ਹੈ। ਕਹਿੰਦੇ ਮੈਂ ਸੱਚ ਨੂੰ ਮਿਟਾ ਨਹੀਂ ਸਕਦਾ, ਜੋ ਸੱਚ ਹੈ ਮੈਂ ਉਹੀ ਲਿਖਿਆ ਹੈ ਤੇ ਮੈਂ ਸੱਚ ਤੋਂ ਪਰੇ ਨਹੀਂ ਜਾ ਸਕਦਾ। ਤੇ ਉਹਨੇ ਜੋ ਪੰਕਤੀਆਂ ਲਿਖੀਆਂ ਨੇ, हिंद में एक तीर्थ है यात्रा के लिए, जिए बाप ने कटाए बेटे खुदा के लिए। सानू उस भूमि ते जाके चमकौर साहब जी की पावन धरती, श्री फतेहगढ़ साहब जी की पावन धरती ते नतमस्तक होना चाहिए। एक वारी नहीं, इस जीवन में जदों जदों भी समा मिले वार वार उत्थे जाइए। ਇਹ ਨਹੀਂ ਵੀ ਆਪਾਂ ਸਾਲ ਬਾਅਦ ਹੀ ਜਾਣਾ ਹੈ, ਜਦੋਂ ਵੀ ਸਮਾਂ ਮਿਲਦਾ ਹੈ ਵਾਰ-ਵਾਰ ਉੱਥੇ ਜਾਓ ਔਰ ਉਸ ਧਰਤੀ ਨੂੰ ਨਮਸਕਾਰ ਕਰੀਏ, ਕਿਉਂਕਿ ਉਹਨਾਂ ਸ਼ਹੀਦਾਂ ਨੇ ਸਾਡੇ ਵਾਸਤੇ ਜਿਹੜਾ ਹੈ ਸ਼ਹੀਦੀਆਂ ਪ੍ਰਾਪਤ ਕਰਕੇ ਸਾਨੂੰ ਇਹ ਜੀਵਨ ਬਖਸ਼ਿਆ ਆਜ਼ਾਦੀ ਵਾਲਾ। ਸੋ ਆਓ ਉਹਨਾਂ ਦੀ ਯਾਦ ਵਿੱਚ ਜੋ ਸਹਿਜ ਪਾਠ ਹੋਏ ਨੇ, ਹੁਣ ਆਪਾਂ ਭੋਗ ਦੇ ਸ਼ਲੋਕ ਸ਼ਰਵਣ ਕਰਨੇ ਹਨ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਤੇ ਸਈ ਜੇ ਮੁਖ ਨਾ ਮੜਨ, ਜਿਨੀ ਸਜਾਤਾ ਸਾਈ। ਝੜ ਝੜ ਪਾਉਂਦੇ ਕੱਚੇ ਵੀਰੀ, ਜਿਨਾ ਕਾਰ ਨਾ ਆਈ। ਧਣੀ ਵਿਹੂਣਾ ਪਾਠ ਪਟੰਬਰ ਭਾਈ, ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾ। ਨਾਨਕ ਤੈ ਸਹਿ ਨਾਲੇ, ਗੁਰ ਕੈ ਸ਼ਬਦ ਆਰਾਧੀਐ। ਨਾਮ ਰੰਗ ਬੈਰਾਗ, ਜੀਤੇ ਪੰਚ ਬਹਿਰਾਈਆ। ਨਾਨਕ ਸਫਲ ਮਾਰੂਏ ਰਾਗ, ਜਾਮੋ ਇੱਕ ਤਾਂ ਲੱਖ ਤੋ ਜਿੱਤੀ। ਪਿੰਨਣੇ ਦਰ ਕਿਤੜੇ, ਬਾਹਮਣ ਬਿਰਤਾ ਗਿਓ ਜਨਮ। ਜਿਨ ਕੀ ਤੋ ਸੋ ਵਿਸਰੇ, ਸੋਰਠ ਸੋ ਰਸ ਪੀਜੀਐ। ਕਬੂ ਨ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ। ਦਰਗਹਿ ਨਿਰਮਲ ਸੋਏ, ਜੋ ਪ੍ਰਭ ਰਖੇ ਆਪ, ਤਿਨ ਕੋਇ ਨਾ ਮਾਰਈ। ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ। ਏਕਾ ਟੇਕ ਅਗਮ, ਮਨ ਤਨ ਪ੍ਰਭ ਧਾਰਈ। ਲੱਗਾ ਰੰਗ ਅਪਾਰ, ਕੋ ਨਾ ਉਤਾਰਈ। ਨਾਨਕ ਹਰਿ ਗੁਣ ਗਾਏ, ਸਹਿਜ ਸੁਖ ਸਾਰਈ। ਨਾਨਕ ਨਾਮ ਨਿਧਾਨ, ਹਿਰਦੈ ਉਰ ਹਾਰਈ। ਕਰੇ ਸੋ ਚੰਗਾ ਮਾਨ, ਦੂਈ ਗਣਤ ਲਾਹੇ। ਆਪਣੀ ਨਦਰ ਨਿਹਾਲ, ਆਪੇ ਲਹਿਓ ਲਾਏ। ਜਨ ਦਿਓ ਮਤੀ ਉਪਦੇਸ਼, ਵਿੱਚੋਂ ਭਰਮ ਜਾਏ। ਜੋ ਧੁਰ ਲਿਖਿਆ ਲੇਖ, ਸੋਈ ਸਭ ਕਮਾਏ। ਸਭ ਕਛ ਤਿਸਦੈ ਵਸ, ਦੂਜੀ ਨਾਹਿ ਜਾਏ। ਨਾਨਕ ਸੁਖ ਅਨੰਦ ਭਏ, ਪ੍ਰਭੁ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ, ਸਈ ਭਏ ਨਿਹਾਲ। ਨਾਨਕ ਨਾਮ ਅਰਾਧਨਾ, ਕਾਰਜ ਆਵੈ ਰਾਸ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ। ਨਾਨਕ ਜਿਉ ਮੱਥਣ ਵਾਧਾਣੀਆਂ, ਤਿਉ ਮੱਥੇ ਧਰਮ ਰਾਏ। ਨਾਮ ਧਿਆਨ ਸਾਜਨਾ, ਜਨਮ ਪਦਾਰਥ ਜੀਤ।
ਨਾਨਕ ਧਰਮ ਐਸੇ ਤਵੈ ਕੀਤੋ ਭਵਨ ਪੁਨੀਤ। ਖੁਬੜੀ ਕੁਥਾਏ ਮਿਲਠੀ ਵਰਨੂ ਹੁਕਮੰਤਰੀਆ। ਨਾਨਕ ਸੇ ਉਬਰੇ ਜਿਨਾ ਭਾਗ ਮਥਾਏ। ਸੁਤੜੇ ਸੁਖੀ ਸਵਨ ਜੋ ਰਤੇ ਸੈ ਆਪਣੈ। ਪ੍ਰੇਮ ਸ਼ੋਹਾ ਧਨੀ ਸਿਉ ਅਠੇ ਪੈਰ ਲਵਨ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਮ੍ਰਿਗ ਤਿਸ਼ਨਾ ਭੇਖ ਭੁੱਲਣੇ ਬੁੱਠੇ ਨਗਰ ਗੰਧਰਵ। ਜਿਨੀ ਸਚ ਅਰਾਧਿਆ ਨਾਨਕ ਮਨ ਤਨ ਫਬ। ਪਤਤ ਉਦਾਹਰਣ ਪਾਰ ਬ੍ਰਹਮ ਸਮਰਥ ਪੁਰਖ ਅਪਾਰ। ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਦੂਜੀ ਛੋੜ ਕਵਾਟੜੀ ਇਕ ਸਿਉ ਚਿਤ ਲਾਏ। ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਸੱਚ ਵਕਰ ਜਿਨੀ ਲੱਦਿਆ ਸੇ ਸਚੜੇ ਪਾਸਾਰ। ਪੰਥਾ ਪ੍ਰੇਮ ਨਾ ਜਾਣੀ ਭੂਲੀ ਵਰੈ ਗਵਾਰ। ਨਾਨਕ ਹਰਿ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ। ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ। ਸ਼ਬਦ ਅਖੁਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੈ। ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦੈ। ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਨਾਨਕ ਹਰਿ ਭਜ ਮਨ ਜਹ ਵੇਦ ਜਲ ਕੋ ਮੀਨ। ਵੇਖਿਆ ਨ ਸਿਉ ਕਾਏ ਰਚਿਓ ਨਿਮਖ ਨ ਹੋਏ ਉਦਾਸ। ਨਾਨਕ ਭਜ ਹਰਿ ਮਨ ਪਰੈ ਨ ਜਮ ਕੀ ਫਾਸ। ਕਰਨਾ ਕੋਇਉ ਹੀ ਗਇਓ ਲਿਓ ਜਰਾ ਤਨ ਜੀਤ। ਨਾਨਕ ਭਜ ਹਰਿ ਮਨ ਔਧ ਜਾਤ ਹੈ ਪੀਤ। ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ। ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ। ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਤ ਉਦਾਹਰਣ ਪੈ ਹਰਣ ਹਰਿ ਅਨਾਥ ਕੇ ਨਾਥ। ਨਾਨਕ ਤਹਿ ਜਾਨੀਐ ਸਦਾ ਬਸਤ ਤੁਮ ਸਾਥ। ਤਨ ਤਨ ਜੇ ਤੋ ਕੋ ਦਿਓ ਤਾਸਿਓ ਨਿਓ ਨ ਕੀਨ। ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ।
ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਇਨ ਕੋਏ। ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਜਿਹ ਸਿਮਰਤ ਗਤ ਪਾਈਐ, ਤੇ ਭਜ ਰੇ ਤੈ ਮੀਤ। ਨਾਨਕ ਸੁਨ ਰੇ ਮਨਾ, ਔਧ ਕਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਜੈਸੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਓ ਪੁਕਾਰ। ਨਾਨਕ ਤੇ ਭਜ ਮਨਾ, ਭਉ ਨਿਧ ਉਤਰੈ ਪਾਰ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਮਾਨ। ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ, ਕੰਚਨ ਲੋ ਸਮਾਨ। ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾਂ ਕੈ ਨਹੀਂ, ਬੈਰੀ ਮੀਤ ਸਮਾਨ। ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਤੈ ਕਾਹੂ ਕੋ ਦੇਤ ਨਹਿ, ਨਹਿ ਪੈਮਾਨ ਧਿਆਨ। ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਨਾਨਕ ਸੁਨ ਰੇ ਮਨਾ, ਤੇ ਘਟ ਬ੍ਰਹਮ ਨਿਵਾਸ। ਜੇ ਪ੍ਰਾਨੀ ਹੋ ਮੈਂ ਤਜੀ, ਕਰਤਾ ਰਾਮ ਪਛਾਨ। ਨਾਨਕ ਵਹ ਮੁਕਤ ਨਰ, ਇਹ ਮਨ ਸਾਚੀ ਜਮਾਨ। ਹੈ ਨਾਸਣ ਦੁਰਮਤ ਹਰਣ, ਕਲ ਮੈਂ ਹਰ ਕੋ ਨਾਮ। ਇਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਜੀਵਾ ਗੁਣ ਗੋਵਿੰਦ ਭਜੋ, ਕਰਨ ਸੁਣੋ ਹਰ ਨਾਮ। ਨਾਨਕ ਸੁਨ ਰੇ ਮਨਾ, ਪਰੈ ਨ ਜਮ ਕੈ ਤਾਮ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਨਾਨਕ ਆਪਣ ਤਰੈ, ਔਰਨ ਲੇਤ ਉਧਾਰ। ਜਿਉ ਸੁਪਨਾਰ ਪੇਖਨਾ, ਐਸੇ ਜਗ ਕੋ ਜਾਨ। ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਨਿਰਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਤਨ ਮੈਂ ਨਾਨਕ ਕੋ, ਨਾਰਾਇਣ ਜਹ ਚੀਤ। ਜੈਸੇ ਜਲ
ਕਾਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ। ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਜੋ ਸੁਖ ਕੋ ਚਾਹੈ ਸਦਾ ਸਰਣ ਰਾਮ ਕੀ ਲੇਹ। ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਮਾਇਆ ਕਾਰਣ ਤਾਵਹੀ ਮੂਰਖ ਲੋਗ ਅਜਾਨ। ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਵਦ ਰਹਿਓ ਬਿਸਰਿਓ ਗੋਬਿੰਦ ਨਾਮ। ਨਾਨਕ ਬਿਨ ਹਰ ਭਜਨ ਜੀਵਨ ਕਉਨੇ ਕਾਮ। ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ। ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਸੁਖ ਮੈਂ ਬੋ ਸੰਗੀ ਭਏ ਦੁਖ ਮੈਂ ਸੰਗ ਨ ਕੋਏ। ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਜਨਮ ਜਨਮ ਪਰਮਤ ਵਿਰਿਓ ਮਿਟਿਓ ਨ ਜਮ ਕੋ ਤਰਾਸ। ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ। ਗੁਰਮਤਿ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ। ਬਾਲ ਜਵਾਨ ਯਾਰ ਬਿਰਦ ਫੁਨ ਤੀਨ ਅਵਸਥਾ ਜਾਨ। ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਰਣੋ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾਇਨ ਮੀਤ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗਾਰ ਨਾਨਕ ਫਾਸੀ ਗਲ ਭਰੀ। ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ। ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ। ਜਗਤ ਬਿਖਾਰੀ ਵਿਰਤ ਹੈ ਸਭ ਕੋ ਦਾਤਾ ਰਾਮ। ਨਾਨਕ ਮਨ ਸਿਮ
ਤਿਹ ਪੂਰਨ ਹੋਵੈ ਕਾਮ। ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਗਰਵ ਕਰਤ ਹੈ ਦੇਖੋ ਬਿਨਸੈ ਛਿਨ ਮੈਂ ਮੀਤ। ਜੈ ਪ੍ਰਾਨੀ ਹਰਿ ਜਸ ਕਹਿਓ ਨਾਨਕ ਤਿਹ ਜਗ ਜੀਤ। ਜੇ ਘਾਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਏ ਮਨ। ਜੈਸੇ ਸੂਕਰ ਸਮਾਨ ਨਾਨਕ ਮਾਨੋ ਤਾਹੇ ਤਨ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਾਈ ਤਉ ਨ ਹਰ ਰਸ ਲੀਨ। ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਏ। ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਏ। ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ। ਰਾਮ ਗਇਓ ਰਾਵਣ ਗਇਓ ਜਾ ਕੋ ਬੋ ਪਰਵਾਰ। ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। चिंता ताकी कीजिए जो अनहोनी होए। एहो मार्ग संसार को नानक फिर नहीं कोए। जो उपजो सो बिनस है परो आज के काल। नानक हर गुण गाए ले छाड़ सगल जंजाल। दोहरा बल छुट क्यों बंधन परे कछु न हो तहु पाए। कहो नानक अब ओट हर गाज ज्यों हो सहाय। बाल हो बंधन छुटे सब किछ होत उपाय। नानक सब कुछ तुमरे हाथ में तुम ही होत सहाय। सांग सगा सब ताज गए कहू न निभ्यो साथ।
सिमरत संकट मिटै दर्श तुहारो राम नाम उर मैं गयो जाके सम नहीं जे सिमरत संकट मिटै दर्श तुहारो मुदावनी महला पंजवा थाल विच तिन वस्तु पइयो सत संतोख अमृत नाम ठाकुर का पयो जिसका सबस जे को खावे जे को पूंचै तिसका होए ए वस्त तजी न जाई नित नित राख